ਪੰਜਾਬ ਦੇ ਵਿੱਚ ਜਿੱਥੇ ਪਹਿਲਾਂ ਹੀ ਵੱਡੇ ਪੱਧਰ ਤੇ ਖੱਜਲ ਖੁਆਰੀ ਹੈ ਹੜ੍ਹਾਂ ਦੇ ਕਰਕੇ ਕੀ ਕੁਝ ਬੀਤ ਰਹੀ ਹੈ ਲੋਕਾਂ ਤੇ ਸਾਰੇ ਜਾਣਦੇ ਨੇ। ਖੇਤੀ ਦਾ ਵੱਡਾ ਹਿੱਸਾ ਪ੍ਰਭਾਵਿਤ ਹੋ ਚੁੱਕਾ ਹੈ ਤੇ ਹੁਣ ਗੱਲ ਕਰਦੇ ਹਾਂ ਡੀਏਪੀ ਖਾਦ ਦਾ। ਡੀਏਪੀ ਖਾਦ ਦਾ ਜਿਹੜਾ ਸਟਾਕ ਇਸ ਵਾਰੀ ਆਇਆ ਉਸ ਦੇ ਵਿੱਚ ਪ੍ਰਾਈਵੇਟ ਡੀਲਰਾਂ ਨੂੰ ਮੌਜਾਂ ਹੀ ਮੌਜਾਂ ਨੇ, ਕਿਉਂਕਿ ਉਹਨਾਂ ਨੂੰ ਤਕਰੀਬਨ 90% ਦੀ ਡੀਏਪੀ ਖਾਦ ਮਿਲ ਗਈ ਹੈ। ਹਾਲਾਂਕਿ ਕੋਟੇ ਦੇ ਮੁਤਾਬਕ ਸਹਿਕਾਰੀ ਸਭਾਵਾਂ ਦਾ ਤੇ ਪ੍ਰਾਈਵੇਟ ਡੀਲਰਾਂ ਦਾ ਇੱਕ ਰੇਸ਼ੀਓ ਹੁੰਦੀ ਹੈ, ਜਿੰਨਾ ਸਟਾਕ ਆਉਂਦਾ ਉਸ ਦੇ ਵਿੱਚੋਂ ਕੁਝ ਫੀਸਦੀ ਪ੍ਰਾਈਵੇਟ ਡੀਲਰਾਂ ਨੂੰ ਦਿੱਤੀ ਜਾਂਦੀ ਹੈ ਖਾਦ, ਔਰ ਕੁਝ ਸਹਿਕਾਰੀ ਸਭਾਵਾਂ ਦੇ ਕੋਲ ਜਿਹੜੇ ਕਿਸਾਨਾਂ ਦੇ ਖਾਤੇ ਸਹਿਕਾਰੀ ਸਭਾਵਾਂ ਦੇ ਵਿੱਚ ਖੁੱਲੇ ਨੇ ਉਹ ਉੱਥੋਂ ਖਾਦ ਪ੍ਰਾਪਤ ਕਰਦੇ ਨੇ। ਪਰ ਇੱਥੇ ਹੈਰਾਨੀ ਦੀ ਗੱਲ ਹੈ, ਇੱਕ ਅੰਕੜਾ ਸਾਹਮਣੇ ਆਇਆ, ਉਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਡੀਏਪੀ ਖਾਦ ਪ੍ਰਾਈਵੇਟ ਡੀਲਰਾਂ ਨੂੰ ਤਾਂ ਗੱਫਿਆਂ ਦੇ ਰੂਪ ਵਿੱਚ ਦਿੱਤੀ ਗਈ, ਪਰ ਸਹਿਕਾਰੀ ਸਭਾਵਾਂ ਨੇ ਜਿਹੜੀਆਂ ਉਡੀਕਦੀਆਂ ਹੀ ਰਹਿ ਗਈਆਂ। 130 ਲੱਖ ਮੀਟ੍ਰਿਕ ਟਨ ਜਿਹੜੀ ਖਾਦ ਆਈ ਉਸ ਦੇ ਵਿੱਚੋਂ ਸਿਰਫ ਤੇ ਸਿਰਫ 10 ਲੱਖ ਮੀਟ੍ਰਿਕ ਟਨ ਹੀ ਖਾਦ ਸਹਿਕਾਰੀ ਸਭਾਵਾਂ ਦੇ ਖਾਤਿਆਂ 'ਚ ਗਈ ਹੈ ਜਾਂ ਉਹਨਾਂ ਨੂੰ ਦਿੱਤੀ ਗਈ ਹੈ। ਬਾਕੀ 120 ਲੱਖ ਮੀਟ੍ਰਿਕ ਟਨ ਤਾਂ ਪ੍ਰਾਈਵੇਟ ਡੀਲਰ ਹੀ ਲੈ ਗਏ। ਹੁਣ ਪ੍ਰਾਈਵੇਟ ਡੀਲਰਾਂ ਨੂੰ ਇੰਨੀਆਂ ਮੌਜਾਂ ਲਵਾਉਣ ਦੇ ਵਿੱਚ ਭੂਮਿਕਾ ਕਿਸ ਦੀ ਰਹੀ ਹੈ? ਹਾਲਾਂਕਿ ਇਸ ਮਸਲੇ ਦੇ ਵਿੱਚ ਜੋ ਮਾਰਕਫੈਡ ਹੈ ਉਸ ਦੇ ਉੱਤੇ ਜਿਹੜੇ ਇਹ ਸਵਾਲ ਵੀ ਉੱਠ ਰਹੇ ਨੇ ਕਿ ਮਾਰਕਫੈਡ ਨੇ ਹੀ ਦੀ ਨਲਾਇਕੀ ਕਰਕੇ ਇਹ ਸਾਰਾ ਕੁਝ ਹੋਇਆ ਹੈ, ਖੇਤੀ ਮਹਿਕਮੇ ਦਾ ਕਹਿਣਾ ਹੈ। ਪਰ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਖੇਤੀ ਮਹਿਕਮੇ ਦੇ ਅਧਿਕਾਰੀਆਂ ਦੀ ਵੀ ਕਲਾਸ ਲਾ ਦਿੱਤੀ ਹੈ, ਝਾੜ ਝੰਬ ਕੀਤੀ ਹੈ ਸ਼ਬਦੀ ਭਾਸ਼ਾ ਦੇ ਵਿੱਚ ਕਿ ਇਹ ਕਿਸ ਤਰ੍ਹਾਂ ਹੋ ਗਿਆ ਕਿ ਪ੍ਰਾਈਵੇਟ ਡੀਲਰਾਂ ਨੂੰ ਵੱਡੇ ਵੱਡੇ ਗੱਫੇ ਦੇ ਦਿੱਤੇ ਗਏ ਤੇ ਸਹਿਕਾਰੀ ਸਭਾਵਾਂ ਹਾਲੇ ਉਡੀਕਦੀਆਂ ਹੀ ਰਹਿ ਗਈਆਂ, ਉਹਨਾਂ ਨੂੰ ਖਾਦ ਬਹੁਤੀ ਦਿੱਤੀ ਨਹੀਂ ਗਈ ਤੇ ਇਸ ਦੇ ਨਾਲ ਕਿਸਾਨਾਂ ਦਾ ਨੁਕਸਾਨ ਕਿੰਨਾ ਹੋਣਾ ਹੈ। ਇਹ ਸਾਰੇ ਮਸਲੇ ਦੇ ਵਿੱਚ ਪ੍ਰਾਈਵੇਟ ਡੀਲਰਾਂ ਦੇ ਕੋਲ ਜੇਕਰ ਖਾਦ ਜ਼ਿਆਦਾ ਚਲੀ ਗਈ ਹੈ ਤਾਂ ਫਿਰ ਜਦੋਂ ਮੰਗ ਵੱਧ ਜਾਂਦੀ ਹੈ ਫਿਰ ਆਪਣੇ ਮੁਤਾਬਕ ਹੀ ਉਸਦੇ ਭਾਅ ਜਿਹੜੇ ਤੈਅ ਨੇ। ਕਈ ਵਾਰੀ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਬਲੈਕਮੇਲਿੰਗ ਦੇ ਵਿੱਚ ਵੀ ਡੀਏਪੀ ਖਾਦ ਫਿਰ ਵੇਚੀ ਜਾਂਦੀ ਹੈ। ਪਰ ਇਹ ਗੱਲ ਦੀ ਪੂਰਤੀ ਕਿਵੇਂ ਹੋਵੇਗੀ? 90% ਦੀ ਡੀਏਪੀ ਖਾਦ ਪ੍ਰਾਈਵੇਟ ਡੀਲਰਾਂ ਨੂੰ ਦਿੱਤੀ ਗਈ ਹੈ ਤੇ ਮੁੱਖ ਸਕੱਤਰ ਦੇ ਵੱਲੋਂ ਖੇਤੀ ਮਹਿਕਮੇ ਦੇ ਅਫਸਰਾਂ ਨੂੰ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਤਾੜਨਾ ਵੀ ਕੀਤੀ ਗਈ ਹੈ, ਜਵਾਬ ਮੰਗਿਆ ਗਿਆ। ਮਾਰਕਫੈਡ ਆਪਣੀ ਨਲਾਇਕੀ ਛੁਪਾ ਰਿਹਾ ਹੈ, ਇਹ ਕਹਿਣਾ ਹੈ ਖੇਤੀ ਮਹਿਕਮੇ ਦੇ ਡਾਇਰੈਕਟਰ ਦਾ। ਜਦੋਂ ਇਹ ਗੱਲ ਉੱਥੇ ਪੁੱਜੀ ਹੈ ਤਾਂ ਫਿਰ ਗੁਰਵਿੰਦਰ ਸਿੰਘ ਜਿਹੜੇ ਖੇਤੀ ਮਹਿਕਮੇ ਦੇ ਡਾਇਰੈਕਟਰ ਨੇ ਉਹਨਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਮਾਰਕਫੈਡ ਨੇ ਹੀ ਖਾਦ ਲੈਣ ਤੋਂ ਨਾ ਕਰ ਦਿੱਤੀ ਸੀ ਤੇ ਹੁਣ ਨਲਾਇਕੀ ਛੁਪਾਉਣ ਦੀ ਖਾਤਰ ਇਹ ਦੋਸ਼ ਲਗਾ ਰਹੇ ਨੇ। ਉਹਨਾਂ ਕਿਹਾ ਕਿ ਮਾਰਕਫੈਡ ਵੱਲੋਂ ਖਾਦਾਂ ਦੀ ਐਲੋਕੇਸ਼ਨ ਵਾਸਤੇ ਪੱਤਰ ਜਾਰੀ ਕਰਨ ਲਈ ਕਹਿਣ ਮਗਰੋਂ ਹੀ ਉਕਤ ਪੱਤਰ ਜਾਰੀ ਕੀਤਾ ਜਾਂਦਾ ਹੈ ਤੇ ਇਸ ਵਾਰ ਮਾਰਕਫੈਡ ਨੂੰ ਇਹ ਪੱਤਰ ਜਾਰੀ ਕਰਨ ਲਈ ਹੀ ਕਿਹਾ ਹੀ ਨਹੀਂ ਸੀ। ਮਾਰਕਫੈਡ ਨੂੰ ਐਲੋਕੇਸ਼ਨ ਨਹੀਂ ਦਿੱਤੀ, ਇਹ ਐਮਡੀ ਕਹਿ ਰਹੇ ਨੇ। ਮਾਰਕਫੈਡ ਦਾ ਇਸ ਦੇ ਉੱਤੇ ਕੀ ਸਪਸ਼ਟੀਕਰਨ ਹੈ? ਮਾਰਕਫੈਡ ਦੇ ਐਮਡੀ ਜਿਹੜੇ ਗਰੀਸ਼ ਦਿਆਲਨ ਨੇ ਉਹਨਾਂ ਨੇ ਆਖਿਆ ਕਿ ਯੂਰੀਆ ਖਾਦ ਲਿਫਟ ਕਰਨ ਵਿੱਚ ਕੁਝ ਅਧਿਕਾਰੀਆਂ ਨੇ ਅਣਗਹਿਲੀ ਕੀਤੀ ਸੀ ਜਿਨ੍ਹਾਂ ਖਿਲਾਫ ਐਕਸ਼ਨ ਲਿਆ ਗਿਆ ਸੀ, ਪਰ ਡੀਏਪੀ ਖਾਦ ਦੀ ਐਲੋਕੇਸ਼ਨ ਤਾਂ ਮਾਰਕਫੈਡ ਨੂੰ ਦਿੱਤੀ ਹੀ ਨਹੀਂ ਗਈ ਹੈ। ਇਹ ਗੱਲ ਮਾਰਕਫੈਡ ਵੱਲੋਂ ਵੀ ਕਹਿ ਗਈ। ਹੁਣ ਇਸ ਦੇ ਵਿੱਚ ਕਸੂਰਵਾਰ ਕੌਣ ਹੈ ਕਿ ਪ੍ਰਾਈਵੇਟ ਡੀਲਰਾਂ ਦੇ ਉੱਤੇ ਮਿਹਰਬਾਨ ਕੌਣ ਹੋ ਗਿਆ? ਇਹ ਮਿਹਰਬਾਨੀ ਕਿਸ ਦੀ ਵਜ੍ਹਾ ਕਰਕੇ ਹੋਈ ਹੈ? ਜਦੋਂ ਇਹ ਗੱਲ ਉੱਚ ਅਧਿਕਾਰੀਆਂ ਤੱਕ ਪੁੱਜੀ ਹੈ, ਮੁੱਖ ਸਕੱਤਰ ਤੱਕ ਜਾਂਦੀ ਹੈ ਤਾਂ ਫਿਰ ਉਹਨਾਂ ਨੇ ਖੇਤੀ ਮਹਿਕਮੇ ਦੇ ਅਫਸਰਾਂ ਤੋਂ ਇਹ ਪੁੱਛਿਆ, ਜਵਾਬ ਤਲਬੀ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ 'ਚ ਡੀਏਪੀ ਖਾਦ ਦੀ ਵੰਡ 'ਚ ਪ੍ਰਾਈਵੇਟ ਖਾਦ ਡੀਲਰਾਂ ਨੂੰ ਗੱਫੇ ਜਿਹੜੇ ਵਰਤੇ ਗਏ ਦਿੱਤੇ ਗਏ, ਇਸ ਦੇ ਬਾਰੇ ਪੰਜਾਬੀ ਟ੍ਰਿਬਿਊਨ 'ਚ ਛਪੀ ਰਿਪੋਰਟ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਇਹ ਬਿਆਨ ਤੁਹਾਡੇ ਨਾਲ ਸਾਂਝੇ ਕੀਤੇ ਨੇ। ਇਸ ਤੋਂ ਇਲਾਵਾ ਜੇਕਰ ਹੁਣ ਅੰਕੜਿਆਂ ਤੇ ਝਾਤ ਮਾਰੀਏ, ਖੇਤੀਬਾੜੀ ਮਹਿਕਮੇ ਦੀ ਅਣਗਹਿਲੀ ਕਰਕੇ ਪ੍ਰਾਈਵੇਟ ਡੀਲਰਾਂ ਨੇ ਖਾਦ ਦੇ ਭੰਡਾਰ ਜਮ੍ਹਾਂ ਕਰ ਲਏ ਨੇ ਤੇ ਸਹਿਕਾਰੀ ਸਭਾਵਾਂ ਨੇ ਜਿਹੜੀਆਂ ਉਹ ਉਡੀਕਦੀਆਂ ਹੀ ਰਹਿ ਗਈਆਂ ਕਿ ਸਾਡੇ ਕੋਲ ਤਾਂ ਖਾਦ ਦਾ ਜਿਹੜਾ ਸਟਾਕ ਸੀ ਉਹ ਆਇਆ ਹੀ ਬਹੁਤ ਘੱਟ। ਖੇਤੀ ਮਹਿਕਮੇ ਨੇ ਹਾੜੀ ਦੀ ਫਸਲ ਲਈ ਖਾਦਾਂ ਦੀ ਵੰਡ ਦੇ ਫਾਰਮੂਲੇ ਵਾਲਾ ਪੱਤਰ ਹੀ ਜਾਰੀ ਨਹੀਂ ਕੀਤਾ, ਜਿਸ ਕਰਕੇ ਡੀਏਪੀ ਖਾਦ ਦੀ ਜਿਹੜੀ ਜੁਲਾਈ ਅਗਸਤ ਮਹੀਨੇ 'ਚ ਹੋਈ ਸਪਲਾਈ ਦਾ 90% ਦੀ ਹਿੱਸਾ ਪ੍ਰਾਈਵੇਟ ਡੀਲਰ ਲੈ ਗਏ। ਜਿਹੜੀ ਐਲੋਕੇਸ਼ਨ ਦੀ ਇੱਕ ਅਰਜੀ ਆਉਣੀ ਸੀ, ਚਿੱਠੀ ਆਉਣੀ ਸੀ, ਉਹ ਜਾਰੀ ਹੀ ਨਹੀਂ ਕੀਤੀ ਗਈ। ਫਾਰਮੂਲੇ ਦੀ ਜਿਹੜੀ ਐਲੋਕੇਸ਼ਨ ਦਾ ਫਾਰਮੂਲਾ ਹੁੰਦਾ ਕਿ ਕਿੰਨੇ ਫੀਸਦੀ ਪ੍ਰਾਈਵੇਟ ਡੀਲਰਾਂ ਨੂੰ ਜਾਵੇ ਖਾਦ ਤੇ ਕਿੰਨੇ ਫੀਸਦੀ ਸਹਿਕਾਰੀ ਸਭਾ ਨੂੰ ਦਿੱਤੀ ਜਾ ਸਕਦੀ ਹੈ। ਪੱਤਰ ਸਮੇਂ ਤੇ ਜਾਰੀ ਨਹੀਂ ਹੋਇਆ ਤੇ ਜਿਸ ਦਾ ਫਾਇਦਾ ਫਿਰ ਪ੍ਰਾਈਵੇਟ ਡੀਲਰ ਚੁੱਕ ਕੇ ਲੈ ਗਏ। ਕੀ ਪ੍ਰਾਈਵੇਟ ਡੀਲਰਾਂ ਨੇ ਕੋਈ ਲਾਲਚ ਦਿੱਤਾ ਹੋਵੇਗਾ ਕਿਸੇ ਨੂੰ ਰੋਕ ਕੇ ਰੱਖਿਓ, ਪੱਤਰ ਜਾਰੀ ਨਾ ਕਰਿਓ, ਕਿ ਵਾਕਈ ਅਣਜਾਣੇ ਅਣਗਹਿਲੀ ਹੋਈ ਹੈ? ਇਸ ਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਅਧਿਕਾਰੀਆਂ ਨੂੰ ਖੁੱਲ੍ਹ ਕੇ ਕਿ ਇਸ ਮਸਲੇ ਦੇ ਵਿੱਚ ਨਲਾਇਕੀ ਕਿਸ ਦੀ ਹੈ, ਅਣਗਹਿਲੀ ਕਿਸ ਦੀ ਹੈ। ਹਾਲਾਂਕਿ ਇੱਕ ਦੂਜੇ ਦੇ ਉੱਤੇ ਤਹਿਮਤ ਲਾਉਣ ਦੇ ਨਾਲ ਇਹ ਮਸਲਾ ਹੱਲ ਹੋਣ ਵਾਲਾ ਨਹੀਂ ਹੈ। ਔਰ ਹਾੜੀ ਦੀ ਫਸਲ ਦੇ ਲਈ ਖਾਦਾਂ ਦੀ ਜਿਹੜੀ ਵੰਡ ਦਾ ਫਾਰਮੂਲਾ ਸੀ ਉਸ ਦਾ ਪੱਤਰ ਜਾਰੀ ਨਹੀਂ ਹੋਇਆ ਤੇ ਇਸ ਦਾ ਫਾਇਦਾ ਫਿਰ ਪ੍ਰਾਈਵੇਟ ਡੀਲਰਾਂ ਨੇ ਚੁੱਕ ਲਿਆ ਤੇ 90% ਦੀ ਹਿੱਸਾ ਪ੍ਰਾਈਵੇਟ ਡੀਲਰਾਂ ਨੂੰ ਦੇ ਦਿੱਤਾ ਗਿਆ। ਇੱਥੇ ਵੀ ਦੱਸਣਾ ਬਣਦਾ ਹੈ ਕਿ ਜਿਹੜੀ ਖਰੀਦ ਸੀਜ਼ਨ ਵਿੱਚ ਸਪਲਾਈ ਹੋਈ ਖਾਦ ਵਿੱਚੋਂ 60% ਦੀ ਹਿੱਸਾ ਸਹਿਕਾਰੀ ਸਭਾਵਾਂ ਨੂੰ ਤੇ 40% ਦੀ ਜਿਹੜਾ ਪ੍ਰਾਈਵੇਟ ਡੀਲਰਾਂ ਨੂੰ ਦਿੱਤਾ ਗਿਆ ਸੀ। ਹੁਣ ਜੁਲਾਈ ਅਗਸਤ ਮਹੀਨਿਆਂ ਦੌਰਾਨ ਪੰਜਾਬ ਵਿੱਚ 1.30 ਲੱਖ ਮੀਟ੍ਰਿਕ ਟਨ ਜਿਹੜੀ ਡੀਏਪੀ ਖਾਦ ਪੁੱਜੀ ਉਸ ਵਿੱਚੋਂ 1.20 ਲੱਖ ਮੀਟ੍ਰਿਕ ਟਨ ਆ ਜਿਹੜੀ
ਖਾਦ ਪ੍ਰਾਈਵੇਟ ਡੀਲਰਾਂ ਨੂੰ ਦੇ ਦਿੱਤੀ ਗਈ ਹੈ ਤੇ ਸਿਰਫ 10 ਲੱਖ ਮੀਟ੍ਰਿਕ ਟਨ ਜਿਹੜੀ ਖਾਦ ਹੀ ਸਹਿਕਾਰੀ ਸਭਾਵਾਂ ਦੇ ਹਿੱਸੇ ਆਈ ਹੈ। ਇਹ ਮਾਮਲਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਤੇ ਬੀਤੇ ਕੱਲ ਮੁੱਖ ਸਕੱਤਰ ਨੇ ਅਨੁਰਾਗ ਵਰਮਾ ਹੋਰਾਂ ਨੇ ਖੇਤੀ ਮਹਿਕਮੇ ਦੀ ਖਿਚਾਈ ਕਰ ਦਿੱਤੀ। ਉਹਨਾਂ ਨੂੰ ਤਾੜਨਾ ਕੀਤੀ ਸਖਤ ਸ਼ਬਦਾਂ ਦੇ ਵਿੱਚ ਕਿ ਜਿਸ ਮਗਰੋਂ ਖੇਤੀ ਮਹਿਕਮੇ ਨੇ ਤੁਰੰਤ 2023-24 ਲਈ ਖਾਦ ਦੀ ਸਪਲਾਈ ਦਾ ਫਾਰਮੂਲਾ ਤੈਅ ਕਰਕੇ ਪੱਤਰ ਹੁਣ ਜਾਰੀ ਕਰ ਦਿੱਤਾ ਹੈ। ਮੁੱਢਲੇ ਪੜਾਅ ਤੇ ਮਾਮਲਾ ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਬਾਰੇ ਬਣੀ ਕਮੇਟੀ ਦੇ ਧਿਆਨ ਵਿੱਚ ਆਇਆ ਸੀ, ਜਿਸ ਦੀ ਮੀਟਿੰਗ ਬੀਤੀ 22 ਅਗਸਤ ਨੂੰ ਚੇਅਰਮੈਨ ਗੁਰਪ੍ਰੀਤ ਸਿੰਘ ਵਣਾਵਾਲੀਆਂ ਦੀ ਪ੍ਰਧਾਨਗੀ 'ਚ ਹੋਈ ਸੀ। ਇਹ ਵੀ ਪਤਾ ਲੱਗਾ ਕਿ ਮੀਟਿੰਗ ਵਿੱਚ ਮਾਰਕਫੈਡ ਨੇ ਕਮੇਟੀ ਕੋਲ ਖੁਲਾਸਾ ਕੀਤਾ ਸੀ ਕਿ ਖੇਤੀ ਮਹਿਕਮੇ ਵੱਲੋਂ ਪੱਤਰ ਜਾਰੀ ਨਾ ਹੋਣ ਕਰਕੇ ਹੀ ਖਾਦ ਦਾ ਵੱਡਾ ਹਿੱਸਾ ਪ੍ਰਾਈਵੇਟ ਡੀਲਰਾਂ ਕੋਲ ਚਲਾ ਗਿਆ। ਇਸ ਦੌਰਾਨ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਖੇਤੀ ਮਹਿਕਮੇ ਦੀ ਅਣਗਹਿਲੀ ਕਾਰਨ ਪ੍ਰਾਈਵੇਟ ਡੀਲਰ ਖੁੱਲ੍ਹ ਕੇ ਕਿਸਾਨਾਂ ਦੀ ਲੁੱਟ ਕਰਨਗੇ। ਉਹਨਾਂ ਕਿਹਾ ਕਿ ਖਾਦ ਸਪਲਾਈ ਦੀ ਵੰਡ ਨੂੰ ਲੈ ਕੇ ਅਗੇਤਾ ਪੱਤਰ ਜਾਰੀ ਹੋਣਾ ਚਾਹੀਦਾ ਸੀ, ਜਿਹੜਾ ਨਹੀਂ ਹੋਇਆ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਕਿਹਾ ਕਿ ਖਾਦਾਂ ਦੀ ਵੰਡ 60-40% ਦੇ ਅਨੁਪਾਤ ਵਿੱਚ ਕਰਾਉਣ ਲਈ ਪੱਤਰ ਜਾਰੀ ਕੀਤਾ ਗਿਆ ਤੇ ਹੁਣ ਜੋ ਖਾਦ ਹੋਰ ਆਵੇਗੀ, ਜਿਹੜੀ ਤਾਂ ਪ੍ਰਾਈਵੇਟ ਡੀਲਰ ਲੈ ਗਏ ਉਹ ਤਾਂ ਲੈ ਗਏ, ਹੁਣ ਜਿਹੜਾ ਹੁਣ ਸਟਾਕ ਆਉਣਾ ਹੈ, ਹੁਣ ਸਪਲਾਈ ਹੋਣੀ, ਉਸ ਦੇ ਵਿੱਚ 60% ਹੈ ਜਿਹੜਾ ਉਹ ਤੇ 40% ਦਾ ਅਨੁਪਾਤ ਦੇ ਮੁਤਾਬਕ ਹੀ ਪ੍ਰਾਈਵੇਟ ਡੀਲਰਾਂ ਨੂੰ 40% ਤੇ ਸਹਿਕਾਰੀ ਸਭਾਵਾਂ ਨੂੰ 60% ਦਿੱਤਾ ਜਾਵੇਗਾ। ਪਰ ਇਸ ਤੋਂ ਪਹਿਲਾਂ ਆਈ ਖਾਦ ਦਾ ਬਿਲਕੁਲ ਉਲਟ 90% ਪ੍ਰਾਈਵੇਟ ਡੀਲਰ ਨੇ ਜਿਹੜੇ ਲੈ ਗਏ। ਇਸ ਤਰ੍ਹਾਂ ਦੀ ਕਾਣੀ ਵੰਡ ਤੋਂ ਬਚਾਉਣ ਦੇ ਲਈ ਸਹਿਕਾਰੀ ਸਭਾਵਾਂ ਨੇ ਜਿਹੜੀਆਂ ਉਹਨਾਂ ਨੂੰ ਬਣਦਾ ਅਨੁਪਾਤ ਮਿਲੇਗਾ ਤਾਂ ਇਹ ਗੱਲ ਆਖੀ ਗਈ ਹੈ, ਦਾਅਵਾ ਕੀਤਾ ਗਿਆ। ਪਰ ਫਿਲਹਾਲ ਜਿਹੜੀ ਖਾਦ ਦੀ ਸਪਲਾਈ ਆਈ ਸੀ ਉਸ ਦੇ ਵਿੱਚੋਂ ਬਹੁਤਾ ਹਿੱਸਾ ਪ੍ਰਾਈਵੇਟ ਡੀਲਰ ਲੈ ਚੁੱਕੇ ਨੇ। ਹੁਣ ਅਣਗਹਿਲੀ ਦਾ ਹਿੱਸਾ ਰਿਹਾ ਜਾਂ ਫਿਰ ਅੰਦਰ ਖਾਤੇ ਕੋਈ ਗੱਲਬਾਤ ਤਾਂ ਨਹੀਂ ਹੋ ਗਈ ਕਿ ਪ੍ਰਾਈਵੇਟ ਡੀਲਰਾਂ ਨੂੰ ਮੌਕਾ ਦੇ ਦਿਓ ਖਰੀਦਣ ਦਾ ਜਿੰਨਾ ਮਰਜ਼ੀ। ਇਸ ਦੇ ਉੱਤੇ ਸਹਿਕਾਰੀ ਸਭਾਵਾਂ ਨੇ ਜਿਹੜੀਆਂ ਉਹਨਾਂ ਦੇ ਜਿਹੜੀ ਯੂਨੀਅਨ ਹੈ ਉਹਨਾਂ ਦਾ ਵੀ ਇਸ ਦੇ ਉੱਤੇ ਰੋਸ ਸੀ। ਇਸੇ ਕਰਕੇ ਹੀ ਇਹ ਗੱਲ ਮੁੱਖ ਮੰਤਰੀ ਦੇ ਦਫ਼ਤਰ ਤੱਕ ਪੁੱਜਦੀ ਹੈ ਤੇ ਉਸ ਤੋਂ ਬਾਅਦ ਮੁੱਖ ਸਕੱਤਰ ਨਹੀਂ। ਇਸੇ ਕਰਕੇ ਖੇਤੀ ਮਹਿਕਮੇ ਨੂੰ ਤਾੜਨਾ ਸਖਤ ਸ਼ਬਦਾਂ 'ਚ ਕੀਤੀ ਹੈ ਕਿ ਅਗਾਊਂ ਜਿਹੜੇ ਪੱਤਰ ਜਾਰੀ ਕਰਨੇ ਹੁੰਦੇ ਨੇ ਉਸ 'ਚ ਕਿਸੇ ਤਰ੍ਹਾਂ ਦੀ ਅਣਗਹਿਲੀ ਅੱਗੇ ਤੋਂ ਨਾ ਵਰਤੀ ਜਾਵੇ। ਔਰ ਜਿਵੇਂ ਹੁਣ ਖਾਦ ਦੀ ਸਪਲਾਈ ਨਵੀਂ ਆਉਣੀ ਹੈ ਤੇ ਉਸ ਦੇ ਵਿੱਚ ਸਹਿਕਾਰੀ ਸਭਾਵਾਂ ਦਾ ਬਣਦਾ ਹਿੱਸਾ ਜ਼ਰੂਰ ਦਿੱਤਾ ਜਾਵੇ। ਉਸ ਹਿਸਾਬ ਦੇ ਨਾਲ ਐਲੋਕੇਸ਼ਨ ਹੋਵੇ, ਵੰਡ ਹੋਵੇ, ਉਸੇ ਦੇ ਫਾਰਮੂਲੇ ਦੇ ਤਹਿਤ ਹੀ ਕੰਮ ਹੋਣਾ ਚਾਹੀਦਾ। ਜੇਕਰ ਨਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵਿਭਾਗੀ ਕਾਰਵਾਈ ਵੀ ਨਾਲ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਹੋ ਸਕਦੀ ਹੈ। ਇਹਨਾਂ ਤਾੜਨਾ ਦੇ ਨਾਲ ਹੀ ਹਦਾਇਤ ਦੇ ਦਿੱਤੀ ਗਈ ਹੈ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਹਿਕਾਰੀ ਸਭਾਵਾਂ ਦੇ ਖਾਤੇ ਖਾਦ ਦਾ ਹਿੱਸਾ ਕਿੰਨਾ ਆਉਂਦਾ ਹੈ। ਜਦ ਤੱਕ ਕੋਈ ਅਗਲਾ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।